सत श्री अकाल बच्चों। बेटा अज असी अपनी आखिरी कविता जो कि माता गुजरी जी है, जो नंद लाल नूरपुरी की लिखी हुई है, करन जा रहे हाँ। नंद लाल नूरपुरी का जन्म जिला लायलपुर पाकिस्तान विच होया। वो बहुत समा जलंधर मॉडल हाउस विच रहे। वो एक फक्कर कवि सन। उन्होंने बहुत सारा लोक काव्य रचिया। उन्हां दे लिखे गीत लोकां दी रूह दी आवाज़ सन अते मन दे जज्बिਆਂ ਨੂੰ प्रगट करते हैं। पिंडां ते शहरां दे गभरू उन्हां दे गीत अक्सर गुणगुणाउंदे रहंदे हैं। खास तौर ते इत्थे उड़ जाए भोलिया पंछिया, चुम चुम रखो नी एह कलगी जुझार दी, कानू वे पिपलां खड़ खड़ लाईया, गीत बहुत ही मशहूर होए। उन्हां दियां कई कवितावां पंजाब बोलियां ना हेठ छपी किताब विच दर्ज हैं। पर आप दा अंतला समा बहुत गरीबी विच बीतिया ते आप 1966 ईस्वी विच रब नूं प्यारे हो गए। ये तां सी तुहाडी नंद लाल नूरपुरी नाल जान पछाण। ते हुण असीं उन्हां दी कविता माता गुजरी करन जा रहे हैं। इसका पहला पैरा है, अद्धी राती माँ गुजरी बैठी घोड़ियां चंदां दियां गावे, अखियां दे तारियां दा मैनू चानना नज़र ना आवे। जो यह कविता है यह नंद लाल नूरपुरी ने उस समय लिखी है जिस समय दोनों छोटे साहबजादे माता गुजरी जी तो अलग हो जाते हैं, विछोड़ा हो जाता है तो अंत उन्हां दी मौत हो जाती है, वो शहीद हो जाते हैं। तो हुण असी पढ़ रहे हाँ, अद्धी अद्धी राती माँ गुजरी बैठी घोड़ियां चंदां दियां गावे, अखियां दे तारियां दा मैनू चानना नज़र ना आवे। इत्थे नंद लाल नूरपुरी माता गुजरी नूं सामने रख के उन्हां वल्लों बोल रहे हैं कि जो माता गुजरी है वो अद्धी अद्धी रात नूं बैठ के दोनों साहबजादियां भाव जोरावर सिंह अते साहबजादा फतेह सिंह उन्हां दे विछोड़े विच ते मौत दे साल नूं घोड़ियां गा के प्रगट करदी है। ते की कहंदी है कि अखियां दे तारे, कि जो उन्हां दे अखियां दे तारे भाव छोटे साहबजादे हन वो मैनू किते भी नज़र नहीं आ रहे हैं। नी कल जदों मैं सौण लगी मेरे कोल हीरियां दी जोड़ी, कि हुण की माता गुजरी जी की कह रहे हैं कि जदों मैं कल सौण लगी सी ਤਾਂ ਉਹ ਦੋਨੋਂ ਹੀ ਮੇਰੇ ਕੋਲ ਸਨ। ਹੀਰਿਆਂ ਦੀ ਜੋੜੀ ਭਾਵ ਦੋਨੋਂ ਸਾਹਿਬਜ਼ਾਦੇ ਮੇਰੇ ਕੋਲ ਸਨ। ਪਿੰਡਿਆਂ 'ਤੇ ਹੱਥ ਫੇਰ ਕੇ ਮੈਂ ਆਖਿਆ ਵੰਡੂੰਗੀ ਲੋਹੜੀ, ਅਤੇ ਮੈਂ ਉਹਨਾਂ ਨੂੰ ਸਵਾਉਂਦੇ ਹੋਏ ਉਹਨਾਂ ਦੇ ਉੱਪਰ ਹੱਥ ਫੇਰ ਰਹੀ ਸੀ ਅਤੇ ਨਾਲ ਕੀ ਕਹਿ ਰਹੀ ਸੀ ਕਿ ਇਸ ਵਾਰ ਮੈਂ ਲੋਹੜੀ 'ਤੇ ਉਹਨਾਂ ਦੀ ਲੋਹੜੀ ਵੰਡਾਂਗੀ। ਢਿੱਡ ਦਾ ਸੇਕ ਬੁਰਾ ਨੀ ਮੇਥੋਂ ਝੱਲਿਆ ਨਾ ਜਾਵੇ, ਕਿ ਮਾਂ ਬਾਪ ਬੱਚਿਆਂ ਦੇ ਵਿਛੋੜੇ ਨੂੰ ਨਹੀਂ ਝੱਲ ਸਕਦੇ ਕਿਉਂਕਿ ਉਹ ਉਹਨਾਂ ਦੀਆਂ ਆਂਦਰਾਂ ਹੁੰਦੇ ਹਨ। ਅਤੇ ਇਸੇ ਤਰ੍ਹਾਂ ਮਾਤਾ ਗੁਜਰੀ ਤੋਂ ਵੀ ਇਹ ਵਿਛੋੜਾ ਨਹੀਂ ਝੱਲਿਆ ਜਾ ਰਿਹਾ ਹੈ। ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ, ਕਿ ਮਾਤਾ ਗੁਜਰੀ ਅੱਧੀ ਅੱਧੀ ਰਾਤ ਤੱਕ ਬੈਠ ਕੇ ਕੀ ਹੈ ਦੋਨੋਂ ਸਾਹਿਬਜ਼ਾਦਿਆਂ ਦੇ ਵਿਛੋੜੇ ਵਿੱਚ ਕੀ ਹੈ ਘੋੜੀਆਂ ਗਾਉਂਦੀ ਹੈ। ਹੁਣ ਅੱਗੇ ਦੂਸਰਾ ਪੈਰਾ ਹੈ, ਸੁਫਨਾ ਸੱਚ ਹੋ ਗਿਆ ਮੇਰੇ ਨਾਲ ਝਗੜ ਪਈ ਹੋਣੀ, ਇੱਟ ਤੇ ਇੱਟ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਲੁਕਾਉਣੀ। ਹੁਣ ਮਾਤਾ ਗੁਜਰੀ ਕੀ ਕਹਿੰਦੀ ਹੈ ਕਿ ਇੱਕ ਰਾਤ ਨੂੰ ਉਹਨਾਂ ਨੂੰ ਸੁਫਨਾ ਆਇਆ ਸੀ ਜਿਸ ਵਿੱਚ ਕੀ ਸੀ ਹੋਣੀ ਉਹਦੇ ਨਾਲ ਝਗੜ ਰਹੀ ਸੀ ਅਤੇ ਕੀ ਕਹਿ ਰਹੀ ਸੀ ਕਿ ਮੈਂ ਇੱਟ ਉੱਪਰ ਇੱਟ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਲੁਕੋ ਲੈਣੀ ਹੈ, ਭਾਵ ਮੈਂ ਤੇਰੇ ਕੋਲੋਂ ਦੋਨੋਂ ਸਾਹਿਬਜ਼ਾਦੇ ਲੈ ਜਾਣੇ ਹਨ। ਨੀ ਛਾਤੀ ਨਾਲ ਮੈਂ ਲਾ ਲਏ ਜਾਂ ਉਹ ਉਛਲੀ ਭਰਨ ਕਲਾਵੇ, ਅਤੇ ਜਦੋਂ ਉਹ ਕਲਾਵਾ ਭਰਨ ਲੱਗੀ ਭਾਵ ਉਹਨਾਂ ਨੂੰ ਮਾਤਾ ਗੁਜਰੀ ਤੋਂ ਖੋਹਣ ਲੱਗੀ ਤਾਂ ਮਾਤਾ ਗੁਜਰੀ ਨੇ ਕੀ ਕੀਤਾ ਉਹਨਾਂ ਨੂੰ ਛਾਤੀ ਨਾਲ ਲਾ ਲਿਆ, ਆਪਣੇ ਗਲੇ ਨਾਲ ਲਗਾ ਲਿਆ। ਅੱਧੀ ਅੱਧੀ ਰਾਤ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ, ਅਤੇ ਕੀ ਹੈ ਮਾਤਾ ਗੁਜਰੀ ਅੱਧੀ ਅੱਧੀ ਰਾਤ ਤੱਕ ਉੱਠ ਕੇ ਵਿਛੋੜੇ ਸਾਹਿਬਜ਼ਾਦਿਆਂ ਦੇ ਵਿਛੋੜੇ ਅਤੇ ਉਹਨਾਂ ਦੀ ਮੌਤ ਕਾਰਨ
ਰਾਤ ਨੂੰ ਘੋੜੀਆਂ ਗਾ ਕੇ ਆਪਣਾ ਦੁੱਖ ਪ੍ਰਗਟ ਕਰਦੀ ਹੈ। ਇੱਕ ਦਿਨ ਪੁੱਛਦੇ ਸੀ ਦਾਦੀ ਪਿਤਾ ਜੀ ਕੋਲ ਕਦ ਜਾਣਾ, ਐਤਕੀ ਤਾਂ ਰੱਜ ਰੱਜ ਕੇ ਅਸੀਂ ਹੱਸ ਹੱਸ ਗੱਲ ਲੱਗ ਜਾਣਾ। ਹੁਣ ਮਾਤਾ ਗੁਜਰੀ ਜੀ ਕੀ ਕਹਿੰਦੇ ਹਨ ਕਿ ਕੁਛ ਦਿਨ ਪਹਿਲੇ ਹੀ ਜੋ ਸਾਹਿਬਜ਼ਾਦੇ ਹਨ ਉਹ ਪੁੱਛ ਰਹੇ ਸਨ ਕਿ ਮਾਤਾ ਜੀ ਦਾਦੀ ਜੀ ਅਸੀਂ ਆਪਣੇ ਪਿਤਾ ਕੋਲ ਕਦੋਂ ਜਾਣਾ ਹੈ, ਅਤੇ ਇਸ ਵਾਰ ਜਦੋਂ ਅਸੀਂ ਆਪਣੇ ਪਿਤਾ ਨੂੰ ਮਿਲਾਂਗੇ ਤਾਂ ਅਸੀਂ ਉਹਨਾਂ ਨੂੰ ਰੱਜ ਕੇ ਆਪਣੇ ਗਲੇ ਲਗਾਵਾਂਗੇ ਅਤੇ ਹੱਸ ਹੱਸ ਕੇ ਉਹਨਾਂ ਨਾਲ ਗੱਲਾਂ ਕਰਾਂਗੇ। ਇੱਕ ਇੱਕ ਬੋਲ ਚੰਦਰਾ ਨੀ ਮੇਰੇ ਧੂ ਕਾਲਜੇ ਨੂੰ ਪਾਵੇ। ਉਹਨਾਂ ਦੀਆਂ ਉਹ ਯਾਦਾਂ, ਉਹਨਾਂ ਦੀਆਂ ਉਹ ਇੱਕ ਇੱਕ ਗੱਲਾਂ ਕੀ ਹੈ, ਮਾਤਾ ਗੁਜਰੀ ਕੀ ਕਹਿ ਰਹੇ ਹਨ ਕਿ ਉਹ ਉਹਨਾਂ ਦੇ ਕਾਲਜੇ ਨੂੰ, ਧੂਹ ਕਾਲਜੇ ਨੂੰ ਪਾਵੇ, ਕਿ ਉਹਨਾਂ ਦੇ ਕਾਲਜੇ ਨੂੰ ਕੀ ਹੈ, ਧੂਹ ਪਾ ਰਹੇ ਹਨ, ਭਾਵ ਉਹਨਾਂ ਨੂੰ ਅੰਦਰੋਂ ਛੂ ਰਹੇ ਹਨ, ਬੁਰੀ ਤਰ੍ਹਾਂ ਚੋਟ ਪਹੁੰਚਾ ਰਹੇ ਹਨ। ਅੱਧੀ ਅੱਧੀ ਰਾਤ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ, ਕਿ ਅੱਧੀ ਅੱਧੀ ਰਾਤ ਤੱਕ ਮਾਤਾ ਗੁਜਰੀ ਛੋਟੇ ਸਾਹਿਬਜ਼ਾਦਿਆਂ ਦੀਆਂ, ਭਾਵ ਚੰਦ ਵਰਗੇ ਆਪਣੇ ਪੋਤਰਿਆਂ ਦੀਆਂ ਘੋੜੀਆਂ ਗਾ ਕੇ ਆਪਣੇ ਦੁੱਖ ਨੂੰ ਪ੍ਰਗਟ ਕਰ ਰਹੀ ਹੈ। ਅਗਲਾ ਪੈਰਾ ਹੈ, ਕੱਲ ਮੇਰੇ ਕੋਲ ਵਸਦੇ ਅੱਜ ਨਜ਼ਰ ਕਿਤੇ ਨਾ ਆਉਂਦੇ, ਨਿੱਕੇ ਨਿੱਕੇ ਉਧਰੇ ਹੋਏ ਕਿਹਨੂੰ ਹੋਣਗੇ ਦਰਦ ਸੁਣਾਉਂਦੇ। ਹੁਣ ਮਾਤਾ ਗੁਜਰੀ ਜੀ ਕੀ ਕਹਿ ਰਹੇ ਹਨ ਕਿ ਕੱਲ ਤੱਕ ਉਹ ਛੋਟੇ ਛੋਟੇ ਮੇਰੇ ਪੋਤਰੇ ਮੇਰੇ ਕੋਲ ਸਨ ਅਤੇ ਅੱਜ ਉਹ ਕਿਤੇ ਵੀ ਨਜ਼ਰ ਨਹੀਂ ਆ ਰਹੇ ਹਨ, ਅਤੇ ਉਹ ਮੇਰੇ ਨਿੱਕੇ ਨਿੱਕੇ ਪੋਤਰੇ ਆਪਣਾ ਦੁੱਖ ਕਿਸ ਨੂੰ ਸੁਣਾਉਂਦੇ ਹੋਣਗੇ। ਵੇ ਲੱਭ ਤੇ ਸਹੀ ਨੂਰਪੁਰੀ ਮੇਰੇ ਨੈਣਾ ਨੂੰ ਨੀਂਦ ਨਾ ਆਵੇ। ਅਤੇ ਹੁਣ ਉਹ ਕੀ ਕਹਿ ਰਹੇ ਹਨ ਕਿ ਕੋਈ ਤਾਂ ਉਹਨਾਂ ਦੇ ਪੋਤਰਿਆਂ ਨੂੰ ਲੱਭ ਕੇ ਲਿਆਵੇ, ਕਿਉਂਕਿ ਉਹਨਾਂ ਦੇ ਨੈਣਾਂ ਵਿੱਚ ਨੀਂਦ ਨਹੀਂ ਆਉਂਦੀ, ਉਹਨਾਂ ਨੂੰ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ, ਅਤੇ ਅੱਧੀ ਅੱਧੀ ਰਾਤ ਤੱਕ ਬੈਠ ਕੇ ਉਹ ਉਹਨਾਂ ਦੇ ਵਿਛੋੜੇ ਵਿੱਚ ਕੀ ਹੈ, ਘੋੜੀਆਂ ਗਾਉਂਦੇ ਹਨ। ਹੁਣ ਪ੍ਰਸ਼ਨ ਉੱਤਰ ਹਨ। ਮਾਤਾ ਗੁਜਰੀ ਜੀ ਕਵਿਤਾ ਦਾ ਕੇਂਦਰੀ ਭਾਵ ਲਿਖੋ। ਇਸ ਕਵਿਤਾ ਵਿੱਚ ਕਵੀ ਨੇ ਮਾਤਾ ਗੁਜਰੀ ਜੀ ਨੂੰ ਸਰਹੰਦ ਵਿਖੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਛੋਟੇ ਸਾਹਿਬਜ਼ਾਦਿਆਂ ਦੇ ਦਰਦ ਭਿੰਨੇ ਵਿਛੋੜੇ ਦੇ ਸੋਗ ਨੂੰ ਘੋੜੀਆਂ ਗਾ ਕੇ ਪ੍ਰਗਟ ਕਰਦਿਆਂ ਦਰਸਾਇਆ ਗਿਆ ਹੈ। ਉਹ ਕਹਿ ਰਹੇ ਸਨ ਕਿ ਉਹਨਾਂ ਨੂੰ ਅੱਜ ਆਪਣੀਆਂ ਅੱਖਾਂ ਦੇ ਤਾਰਿਆਂ ਦੀ ਰੋਸ਼ਨੀ ਵਿਖਾਈ ਨਹੀਂ ਦੇ ਰਹੀ ਅਤੇ ਉਹਨਾਂ ਦੇ ਵਿਛੋੜੇ ਨੂੰ ਸਹਿਣਾ ਉਹਨਾਂ ਲਈ ਬੜਾ ਔਖਾ ਹੈ। ਮਾਤਾ ਗੁਜਰੀ ਜੀ ਕਵਿਤਾ ਵਿੱਚ ਕਿਹੜੇ ਸਾਹਿਬਜ਼ਾਦਿਆਂ ਵੱਲ ਸੰਕੇਤ ਕੀਤਾ ਗਿਆ ਹੈ? ਇਸ ਵਿੱਚ ਛੋਟੇ ਸਾਹਿਬਜ਼ਾਦਿਆਂ ਭਾਵ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਵੱਲ ਸੰਕੇਤ ਕੀਤਾ ਗਿਆ ਹੈ। ਮਾਤਾ ਗੁਜਰੀ ਜੀ ਕਵਿਤਾ ਕਿਸ ਦੀ ਲਿਖੀ ਹੋਈ ਹੈ? ਨੰਦ ਲਾਲ ਨੂਰਪੁਰੀ ਦੀ। ਨੰਦ ਲਾਲ ਨੂਰਪੁਰੀ ਦਾ ਜੀਵਨ ਕਾਲ ਦੱਸੋ। 1906 ਤੋਂ 1966 ਈਸਵੀ। ਨੰਦ ਲਾਲ ਨੂਰਪੁਰੀ ਦੀ ਕਵਿਤਾ ਕਿਹੜੀ ਹੈ? ਮਾਤਾ ਗੁਜਰੀ ਜੀ। ਮਾਤਾ ਗੁਜਰੀ ਜੀ ਕੌਣ ਸਨ? ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ। ਮਾਤਾ ਗੁਜਰੀ ਜੀ ਕਵਿਤਾ ਵਿੱਚ ਹੀਰਿਆਂ ਦੀ ਜੋੜੀ ਕਿਸ ਨੂੰ ਕਿਹਾ ਗਿਆ ਹੈ? ਦੋਨੋਂ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਫਤਿਹ ਸਿੰਘ ਭਾਵ ਊੜਾ ਤੇ ਐੜਾ ਦੋਵਾਂ ਨੂੰ। ਛੋਟੇ ਸਾਹਿਬਜ਼ਾਦਿਆਂ ਦੇ ਦਾਦਾ ਜੀ ਕੌਣ ਸਨ? ਸ਼੍ਰੀ ਗੁਰੂ ਤੇਗ ਬਹਾਦਰ ਜੀ। ਛੋਟੇ ਸਾਹਿਬਜ਼ਾਦੇ ਕਿਵੇਂ ਸ਼ਹੀਦ ਕੀਤੇ ਗਏ ਸਨ? ਨੀਹਾਂ ਵਿੱਚ ਚਿਣਵਾ ਕੇ। ਸਰਹੰਦ ਦੇ ਨਵਾਬ ਨੇ ਉਹਨਾਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਸੀ। ਇੱਟ ਤੇ ਇੱਟ ਰੱਖ ਕੇ ਹੀਰਿਆਂ ਦੀ ਚਮਕ ਲੁਕਾਉਣ ਲਈ ਕਿਸ ਨੇ ਕਿਹਾ ਸੀ? ਹੋਣੀ ਨੇ। ਮਾਤਾ ਗੁਜਰੀ ਜੀ ਕਵਿਤਾ ਵਿੱਚ ਕਿਹੋ ਜਿਹੇ ਭਾਵ ਪ੍ਰਗਟ ਕੀਤੇ ਗਏ ਹਨ? ਕਰੁਣਾਮਈ। ਮਾਤਾ ਗੁਜਰੀ ਜੀ ਕਵਿਤਾ ਦਾ ਰਚੈਤਾ ਕੌਣ ਹੈ? ਨੰਦ ਲਾਲ ਨੂਰਪੁਰੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਦਾ ਨਾਂ ਕੀ ਸੀ? ਮਾਤਾ ਗੁਜਰੀ ਜੀ। ਮਾਤਾ ਗੁਜਰੀ ਜੀ ਕਦੋਂ ਚੰਦਾਂ ਦੀਆਂ ਘੋੜੀਆਂ ਗਾ ਰਹੇ ਸਨ? ਅੱਧੀ ਰਾਤ ਸਮੇਂ, ਕਿਉਂਕਿ ਉਹਨਾਂ ਨੂੰ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ ਸੀ। ਮਾਤਾ ਗੁਜਰੀ ਜੀ ਕਵਿਤਾ ਵਿੱਚ ਆਏ ਸ਼ਬਦ ਚੰਦਾਂ ਦੀਆਂ ਘੋੜੀਆਂ ਤੋਂ ਕੀ ਭਾਵ ਹੈ? ਮਤਲਬ ਛੋਟੇ ਸਾਹਿਬਜ਼ਾਦਿਆਂ ਦੀਆਂ ਘੋੜੀਆਂ। ਛੋਟੇ ਸਾਹਿਬਜ਼ਾਦਿਆਂ ਦੇ ਨਾਂ ਦੱਸੋ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ। ਨੰਦ ਲਾਲ ਨੂਰਪੁਰੀ ਦੀ ਕਵਿਤਾ ਮਾਤਾ ਗੁਜਰੀ ਦੇ ਵਿੱਚ ਹੀਰਿਆਂ ਦੀ ਜੋੜੀ ਕਿਸ ਨੂੰ ਕਿਹਾ ਗਿਆ ਹੈ? ਦੋਨੋਂ ਸਾਹਿਬਜ਼ਾਦਿਆਂ ਨੂੰ। ਮਾਤਾ ਗੁਜਰੀ ਜੀ ਨੇ ਕਿਹਨਾਂ ਦੀ ਲੋਹੜੀ ਵੰਡਣੀ ਸੀ? ਦੋਨੋਂ ਸਾਹਿਬਜ਼ਾਦਿਆਂ ਦੀ।
ਢਿੱਡ ਦਾ ਸੇਕ ਤੋਂ ਕੀ ਭਾਵ ਹੈ? ਮਾਂ ਦਾ ਪਿਆਰ। ਸ਼ਹਿਜ਼ਾਦਿਆਂ ਨੇ ਹੱਸ ਹੱਸ ਕੇ ਕਿਸ ਦੇ ਗਲ ਨਾਲ ਲੱਗਣ ਲਈ ਆਪਣੀ ਦਾਦੀ ਨੂੰ ਕਿਹਾ ਸੀ? ਆਪਣੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ। ਛੋਟੇ ਸਾਹਿਬਜ਼ਾਦਿਆਂ ਦੇ ਦਾਦਾ ਕੌਣ ਸਨ? ਸ਼੍ਰੀ ਗੁਰੂ ਤੇਗ ਬਹਾਦਰ ਜੀ। ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਉੱਤੇ ਕੌਣ ਉਦਾਸ ਹੁੰਦਾ ਸੀ? ਮਾਤਾ ਗੁਜਰੀ ਜੀ। ਇਸ ਤਰ੍ਹਾਂ ਬੇਟਾ ਤੁਹਾਡੀ ਇਹ ਕਵਿਤਾ ਖਤਮ ਹੁੰਦੀ ਹੈ। ਅਤੇ ਹੁਣ ਅਸੀਂ ਆਪਣਾ ਅਗਲਾ ਜੋ ਪਾਠ ਹੈ ਉਹ ਅਗਲੀ ਵੀਡੀਓ ਵਿੱਚ ਸ਼ੁਰੂ ਕਰਾਂਗੇ। ਧੰਨਵਾਦ।